ਇਤਿਹਾਸ 'ਚ ਆਪਾਂ ਨਾ ਜਾਈਏ, ਕਰੰਟ ਸਮੇਂ ਦੇ ਵਿੱਚ ਵੀ ਅਗਰ ਆਪਾਂ ਦੇਖੀਏ ਤਾਂ ਅਬਰੋਡ, ਜਿਹਨੂੰ ਆਪਾਂ ਫੋਰਨ ਕਹਿ ਦਿੰਦੇ ਹਾਂ, ਕੈਨੇਡਾ ਕਹਿ ਦਿੰਦੇ ਹਾਂ, ਅਮਰੀਕਾ ਕਹਿ ਦਿੰਦੇ ਹਾਂ, ਯੂਰਪ ਕਹਿ ਦਿੰਦੇ ਹਾਂ ਜਾਂ ਅਰਬ ਦੇਸ਼ ਕਹਿ ਦਿੰਦੇ ਹਾਂ, ਉਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਇੱਕ ਔਰਤ ਹੈ ਇੰਨੀ ਕੀ ਸੁਤੰਤਰ ਹੈ, ਉਹ ਬਿਨਾਂ ਵਸਤਰਾਂ ਤੋਂ ਵੀ ਘੁੰਮ ਲਵੇ ਤਾਂ ਉਹਨੂੰ ਕੋਈ ਛੂਹ ਨਹੀਂ ਸਕਦਾ। ਕਿ ਜਿਵੇਂ ਕਿ ਇੱਕ ਮਾਂ ਹੈ, ਮਾਂ ਜਿਹੜੀ ਹੈ ਜਿਸ ਟਾਈਮ ਆਪਣੇ ਬੱਚੇ ਨੂੰ ਬਰਥ ਦਿੰਦੀ ਹੈ, ਜਿਸ ਟਾਈਮ ਉਹਨੂੰ ਜਨਮ ਦਿੰਦੀ ਹੈ, ਉਹਦੀ ਜੀਵਨ ਦਾਇਨੀ ਬਣਦੀ ਹੈਗੀ ਹੈ ਤੇ ਉਹਦੇ ਬੱਚੇ ਨੂੰ ਕਰੈਕਟਰ ਨੂੰ ਸਹੀ ਬਣਾਉਣ ਲਈ, ਸਹੀ ਤਿਆਰ ਕਰਨ ਵਾਸਤੇ ਵੀ ਇਹ ਮਾਂ ਦਾ ਹੀ ਹੱਥ ਹੁੰਦਾ ਹੈ। ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਤੁਸੀਂ ਦੇਖ ਰਹੇ ਹੋ V24। ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ ਵਿਆਮ ਰਕਸ਼ਾਮ। ਸਾਡੇ ਸਾਹਮਣੇ ਅੱਜ ਰੋਹਿਤ ਕੁਮਾਰ ਜੀ ਨੇ, ਜੋ ਅੱਗੇ ਵੀ ਪਹਿਲੇ ਮਹਿਲਾ ਬਾਰੇ ਬਹੁਤ ਵਧੀਆ ਕੁਝ ਦੱਸਿਆ, ਉਹਨਾਂ ਦੇ ਗੁਣਾਂ ਬਾਰੇ ਦੱਸਿਆ, ਉਹਨਾਂ ਦੀ ਚੰਗਿਆਈਆਂ ਬਾਰੇ ਦੱਸਿਆ। ਅਸੀਂ ਅੱਜ ਰੋਹਿਤ ਕੁਮਾਰ ਜੀ ਕੋਲ ਹੋਰ ਵੀ ਉਹਨਾਂ ਬਾਰੇ ਕੁਝ ਗਿਆਨ ਲੈਂਦੇ ਹਨ, ਕੁਝ ਗਿਆਨ ਹਾਸਿਲ ਕਰਦੇ ਹਨ। ਰੋਹਿਤ ਕੁਮਾਰ ਜੀ, ਥੈਂਕ ਯੂ ਵੈਰੀ ਮਚ ਜੀ। ਪਹਿਲਾਂ ਤਾਂ ਬੜਾ ਸਵਾਗਤ ਹੈ ਤੁਹਾਡਾ, ਸਭ ਦਰਸ਼ਕਾਂ ਦਾ ਤੁਹਾਡਾ ਬੜਾ ਸਵਾਗਤ ਹੈ ਜੀ। ਥੈਂਕ ਯੂ ਕਿ ਤੁਸੀਂ ਟਾਈਮ ਦਿੱਤਾ ਮੈਨੂੰ ਆਪਣੀ ਗੱਲ ਸ਼ੇਅਰ ਕਰਨ ਦਾ, ਆਪਣੀ ਗੱਲ ਕਹਿਣ ਦਾ, ਔਰ ਜਿੰਨਾ ਕਿ ਮੈਨੂੰ ਗਿਆਨ ਹੈ ਉਸ ਨੂੰ ਗਾਂ ਹੋਰ ਵੀ ਪ੍ਰਵਾਹਿਤ ਕਰਨ ਦਾ। ਹਾਂਜੀ ਮੈਮ, ਲਾਸਟ ਵਿੱਚ ਜਿਸ ਤਰ੍ਹਾਂ ਮੈਂ ਆਪਣੇ 3 ਐਪੀਸੋਡਾਂ ਦੇ ਵਿੱਚ ਇੱਕ ਔਰਤ ਦੇ ਬਾਰੇ, ਇੱਕ ਇਸਤਰੀ ਦੇ ਬਾਰੇ, ਇੱਕ ਜਨਨੀ ਦੇ ਬਾਰੇ ਕੀ ਗੱਲਾਂ ਕਹੀਆਂ ਗਈਆਂ ਸੀ, ਉਹਦੇ ਬਾਰੇ ਵਿਆਖਿਆਨ ਕੀਤਾ ਹੈ ਕਿ ਸ਼ਾਸਤਰਾਂ ਵਿੱਚ ਇੱਕ ਔਰਤ ਨੂੰ ਕਿਸ ਮਾਨ ਸਤਿਕਾਰ ਆਦਰ ਦੇ ਨਾਲ ਦੇਖਿਆ ਜਾ ਰਿਹਾ ਸੀ, ਦੇਖਿਆ ਜਾਂਦਾ ਹੈ ਤੇ ਕਿਵੇਂ ਹੀ ਦੇਖਿਆ ਜਾਏਗਾ। ਇੱਥੇ ਬੜਾ ਇੱਕ ਅੱਛਾ ਵਿਆਖਿਆਨ ਕੀਤਾ ਹੈਗਾ। ਸਾਡੇ ਮਹਾਂਪੁਰਸ਼ਾਂ ਨੇ, ਸੰਤਾਂ ਨੇ, ਰਿਸ਼ੀਆਂ ਨੇ, ਪਰਮਾਤਮਾ ਨੇ, ਭਗਵਾਨ ਨੇ ਔਰਤ ਨੂੰ ਇੱਕ ਬਹੁਤ ਹੀ ਆਦਰ ਸਤਿਕਾਰਯੋਗ, ਮਾਨ ਸਤਿਕਾਰਯੋਗ ਸਥਾਨ ਜਿਹੜਾ ਦਿੱਤਾ ਹੈਗਾ। ਈਵਨ ਕਿ ਜਿਸ ਤਰ੍ਹਾਂ ਕਿ ਮੈਂ ਆਪਣੀ ਗੱਲਾਂ 'ਚ ਦੱਸਿਆ ਕਿ ਔਰਤ ਨੂੰ ਰੱਬ ਤੋਂ ਬਾਅਦ ਦੂਸਰਾ ਦਾ ਰੂਪ ਦਿੱਤਾ ਗਿਆ ਹੈਗਾ। ਉਹ ਇਸ ਤਰ੍ਹਾਂ, ਕਿਉਂਕਿ ਇੱਕ ਔਰਤ ਉਹੀ ਕੰਮ ਕਰਦੀ ਹੈ, ਉਹੀ ਤਰ੍ਹਾਂ ਕਿਰਿਆ ਕਰਦੀ ਹੈ ਜਿਹੜੀ ਕਿਰਿਆ ਪਰਮ ਪਿਤਾ ਪਰਮਾਤਮਾ ਖੁਦ ਕਰਦੇ ਹੈ। ਉਹ ਕਿਰਿਆ ਕੀ ਹੈ? ਇੱਕ ਜੀਵ ਤੋਂ ਦੂਸਰੇ ਜੀਵ ਨੂੰ ਜਨਮ ਦੇਣ ਦੀ ਪ੍ਰਕਿਰਿਆ। ਸਰ, ਜਿੱਥੇ ਤੁਸੀਂ ਕਹਿ ਰਹੇ ਹੋ ਕਿ ਇੱਕ ਔਰਤ ਦੂਜੇ ਜੀਵ ਨੂੰ ਪ੍ਰਕਿਰਿਆ ਕਰਨ ਦਾ ਜਨਮ ਦੇਣ ਦੀ ਜਿਹੜੀ ਪ੍ਰਕਿਰਿਆ, ਪਰ ਸਰ ਕੁਝ ਜਗ੍ਹਾ ਵਿੱਚ ਦੇਖਿਆ ਜਾਂਦਾ ਹੈ ਕਿ ਇੱਕ ਇਸਤਰੀ ਰੂਪ ਨੂੰ ਅੱਜ ਵੀ ਇੱਕ ਕੁਝ ਤੁੱਛ ਕਰਕੇ ਸਮਝਿਆ ਜਾਂਦਾ ਹੈ। ਸਰ, ਇੱਦਾਂ ਕਿਉਂ ਹੁੰਦਾ ਹੈ? ਕੁਝ ਥਾਵਾਂ ਵਿੱਚ ਇਸਤਰੀ ਨੂੰ ਚੰਗਾ ਨਹੀਂ ਸਮਝਿਆ ਜਾਂਦਾ, ਜਿਵੇਂ ਕਿ ਆਪਾਂ ਦੇਖ ਰਹੇ ਹਾਂ ਮਹੀਨੇ ਵਿੱਚ ਔਰਤ ਨੂੰ ਉਸ ਸਟਰਗਲ ਕਰਨਾ ਪੈਂਦਾ ਵਾ, ਪਰ ਦੇਖਿਆ ਜਾਵੇ ਕੁਝ ਜਗ੍ਹਾ ਵਿੱਚ ਉਸ ਔਰਤ ਨੂੰ ਕਹਿੰਦਾ ਜਾ ਕਿ ਰਸੋਈ ਵਿੱਚ ਨਹੀਂ ਬਣਨਾ। ਪਰ ਇੱਦਾਂ ਕਿਉਂ ਸਰ? ਇਹਦੇ ਵਾਸਤੇ ਮੈਮ ਜਿਹੜੀ ਚੀਜ਼ ਹੈ ਇਤਿਹਾਸ ਦੇ ਵਿੱਚ ਵਰਣਿਤ, ਉਹਦੇ ਮੁਤਾਬਕ ਜਿਹੜੀ ਚੀਜ਼ ਸਾਨੂੰ ਦੱਸੀ ਗਈ ਹੈ, ਜਿਸ ਵਾਸਤੇ ਕਿ ਮੈਂ ਤੁਹਾਨੂੰ ਅੱਜ ਪੂਰੀ ਤਰ੍ਹਾਂ ਗੱਲ ਕਹਾਂਗਾ ਜਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ, ਉਹ ਇਹ ਹੈ ਕਿ ਪਰਮਾਤਮਾ ਦੀ ਬਣਾਈ ਹੋਈ ਕੋਈ ਵੀ ਚੀਜ਼ ਜਿਹੜੀ ਵਿਅਰਥ ਨਹੀਂ ਹੈ। ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਹੈ ਕਿ ਉਹ ਦਿਨ ਜਿਹਦੇ ਵਿੱਚ ਕਿ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਾਨੂੰ ਇਹੀ ਚੀਜ਼ ਦੱਸਦੇ ਆਏ ਆ ਸਾਡੇ ਵੱਡੇ ਬਜ਼ੁਰਗ, ਘਰ ਪਰਿਵਾਰ ਦੇ, ਕਿ ਉਸ ਅਵਸਥਾ ਦੇ ਵਿੱਚ ਅਸੀਂ ਜਿਹੜਾ ਹੈ ਰਸੋਈ ਦੇ ਵਿੱਚ ਜਾਂ ਧਰਮ ਕਰਮ ਵਾਲੀ ਜਗ੍ਹਾ 'ਤੇ ਨਹੀਂ ਜਾਣਾ। ਵੀ ਇਹ ਚੀਜ਼ ਅੱਛੀ ਹੈ ਜਾਂ ਮਾੜੀ ਹੈ ਜਾਂ ਚੰਗੀ ਹੈ। ਇਹਦੇ ਵਾਸਤੇ ਮੈਂ ਗੱਲ ਤੁਹਾਨੂੰ ਇਹ ਕਹਿਣੀ ਚਾਹਾਂਗਾ ਕਿ ਪਰਮਾਤਮਾ ਨੇ ਜੋ ਵੀ ਚੀਜ਼ ਬਣਾਈ ਹੈਗੀ ਹੈ, ਕੋਈ ਵੀ ਚੀਜ਼ ਮਾੜੀ ਨਹੀਂ ਹੈ। ਕਿਉਂਕਿ ਸਰ ਦੇਖਿਆ ਜਾਵੇ ਕਿ ਇੱਕ ਔਰਤ ਨੂੰ ਰੱਬ ਦਾ ਰੂਪ ਵੀ ਦਿੱਤਾ ਜਾਂਦਾ ਹੈ, ਬਿਲਕੁਲ, ਬਟ ਕੁਝ ਦੇਖਿਆ ਜਾਂਦਾ ਹੈ ਕਿ ਇੱਕ ਔਰਤ ਹੀ ਔਰਤ ਨੂੰ ਨਸ਼ਟ ਕਰਦੀ ਹੈ, ਖਰਾਬ ਕਰਦੀ ਹੈ। ਜੀ 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 ਜੀ। ਦੇਖਿਆ ਜਾਵੇ ਕਿ ਜਿਹੜੀ ਔਰਤ ਆ, ਆਪਾਂ ਔਰਤ ਕਹਿੰਦੀ ਆ ਉਹ ਇੱਦਾਂ ਵਾ ਜਾਂ ਉਹ ਇੱਦਾਂ ਵਾ, ਤੁਸੀਂ ਰਸੋਈ 'ਚ ਨਹੀਂ ਜਾਣਾ। ਇੱਕ ਔਰਤ ਹੀ, ਬੰਦੇ ਨੂੰ ਥੋੜ੍ਹੀ ਪਤਾ ਹੁੰਦਾ ਹੈ ਕਿ ਉਸ ਔਰਤ ਨੂੰ ਆਹ ਪ੍ਰੋਬਲਮ ਚੱਲਦੀ ਪਈ ਆ। ਇੱਕ ਔਰਤ ਹੀ ਦੂਜੀ ਔਰਤ ਨੂੰ ਕਹਿੰਦੀ ਹੈ ਕਿ ਅੱਜ ਇੰਨੇ ਦਿਨ ਤੂੰ ਰਹਿਣਾ ਹੈਗਾ, ਇੰਨੇ ਦਿਨ ਤੂੰ ਨਹੀਂ ਰਹਿਣਾ ਹੈਗਾ। ਬਟ ਸਰ ਇੱਦਾਂ ਕਿਉਂ ਕਿ ਇੱਕ ਔਰਤ ਹੀ ਇੱਕ ਔਰਤ ਦੀ ਦੁਸ਼ਮਣ ਬਣੀ ਪਈ ਹੈ? ਕਿਉਂ ਸਰ?
ਇਹਦੇ ਵਿੱਚ ਮੈਮ ਜਿਹੜਾ ਕਾਰਨ ਤੁਹਾਨੂੰ ਦੱਸਿਆ ਸੀ ਵੀ ਪਰਮਾਤਮਾ ਨੇ ਇਹ ਅਵਸਥਾ ਲਿਆਉਣ ਦੇ ਵਿੱਚ ਜਾਂ ਇਹ ਦਿਨਚਰਿਆ ਲਿਆਉਣ ਦੇ ਵਿੱਚ ਉਹਦੇ ਨਾਲ ਕੋਈ ਨਾਇਨਸਾਫੀ ਨਹੀਂ ਕੀਤੀ ਜੀ ਔਰਤ ਦੇ ਨਾਲ। ਜੀ ਜੀ ਇੱਕ ਔਰਤ ਹੋਣ ਦੇ ਨਾਤੇ ਜਾਂ ਇੱਕ ਔਰਤ ਦੇ ਕਰੈਕਟਰ ਨੂੰ ਕਰੈਕਟਰਾਈਜ਼ ਕਰਨ ਦੇ ਨਾਤੇ ਜਾਂ ਉਹਨੂੰ ਇੱਕ ਸਿਰਜਣਕਰਤਾ ਕਰਨ ਦੇ ਨਾਤੇ ਜੇਕਰ ਇਹ ਚੀਜ਼ ਹੁੰਦੀ ਹੈ ਤੇ ਉਹਨੂੰ ਆਪਾਂ ਬੁਰੀ ਨਹੀਂ ਕਹਿ ਸਕਦੇ, ਜੀ ਜੀ ਬਿਲਕੁਲ, ਕਿਉਂਕਿ ਜੇ ਇਹ ਅਵਸਥਾ ਨਾ ਆਉਂਦੀ, ਇਹ ਅਵਸਥਾ ਨਾ ਹੁੰਦੀ ਤੇ ਜ਼ਿੰਦਗੀ ਦਾ ਜਿਹੜਾ ਸਰਜਨ ਨਹੀਂ ਹੋਣਾ ਸੀ। ਨਹੀਂ ਹੋਣਾ ਸੀ, ਬਿਲਕੁਲ ਜੀ, ਕਿਉਂਕਿ ਜਦੋਂ ਇੱਕ ਔਰਤ ਇੱਕ ਜਿਹੜੀ ਬਾਲਿਕਾ ਆਪਾਂ ਕਹਿ ਦਈਏ ਬਿਲਕੁਲ ਜੀ, ਇਸ ਅਵਸਥਾ ਦੇ ਵਿੱਚ ਆਉਂਦੀ ਹੈ, ਆਉਂਦੀ ਹਾਂਜੀ ਜਦੋਂ ਕਿ ਉਹਨੂੰ ਆਪਾਂ ਐਗ ਪ੍ਰਕਿਰਿਆ ਜਿਹੜੀ ਉਹਦੇ ਚ ਬਣਨੀ ਸਟਾਰਟ ਹੋ ਜਾਂਦੀ ਹੈ, ਹਾਂਜੀ ਉਸ ਤੋਂ ਬਾਅਦ ਚੋਂ ਹੀ ਉਹ ਗਰਭ ਧਾਰਨ ਕਰਨ ਦੇ ਕਾਬਿਲ ਹੁੰਦੀ ਹੈ। ਬਿਲਕੁਲ ਔਰ ਗਰਭ ਧਾਰਨ ਕਰਨ ਦੇ ਬਾਅਦ ਹੀ ਉਹ ਜਿਹੜੀ ਸ਼ਿਸ਼ੂ ਨੂੰ ਜਨਮ ਦਿੰਦੀ ਹੈ। ਜੀ ਜੀ ਦੈਟਸ ਵਾਈ ਜਨਨੀ ਨੂੰ, ਯਾਨੀ ਕਿ ਜਿਹੜੀ ਜਨਮ ਦੇਣ ਵਾਲੀ ਹੈ ਇੱਕ ਔਰਤ ਹੈ, ਉਸ ਨੂੰ ਮਹਾਨ ਨਹੀਂ ਬਲਕਿ ਮਹਾਨਤਮ ਕਿਹਾ ਗਿਆ ਹੈ, ਜੀ ਜੀ ਬਿਲਕੁਲ, ਇੱਕ ਰੱਬ ਦਾ ਰੂਪ ਦਿੱਤਾ ਗਿਆ ਹੈ। ਜੀ ਜੀ ਪਰ ਜਿਹੜੀ ਇਹ ਚੀਜ਼ ਹੁਣ ਔਰਤਾਂ ਵਾਸਤੇ ਕਹਿੰਦੀਆਂ ਜਾਂ ਆਪਣੀ ਆਮ ਜ਼ਿੰਦਗੀ 'ਚ ਸਾਨੂੰ ਸਮਝਾਇਆ ਜਾਂਦਾ ਹੈ ਕਿ ਉਸ ਅਵਸਥਾ ਦੇ ਵਿੱਚ ਆਪਾਂ ਰਸੋਈ 'ਚ ਨਹੀਂ ਆਣਾ ਜਾਂ ਪੂਜਾ ਪਾਠ ਨਹੀਂ ਕਰਨਾ। ਹਾਂਜੀ ਹਾਂਜੀ ਇਹਦੇ ਪਿੱਛੇ ਜਿਹੜਾ ਲੌਜਿਕ ਆ, ਇਹ ਲੌਜਿਕ ਨਹੀਂ ਕਿ ਉਹ ਇਸ ਪ੍ਰਕਿਰਿਆ 'ਚੋਂ ਗੁਜ਼ਰ ਰਹੀ ਹੈ। ਹਾਂਜੀ ਉਹਦਾ ਲੌਜਿਕ ਇਹ ਆ ਕਿ ਇਸ ਅਵਸਥਾ 'ਚ ਜਿਸ ਟਾਈਮ ਲੇਡੀਜ਼ ਆਉਂਦੀਆਂ ਹੈਗੀਆਂ, ਉਹਨੂੰ ਆਪਣੀ ਸਾਫ ਸਫਾਈ ਦਾ, ਸਵੱਛਤਾ ਦਾ ਪੂਰਾ ਖਿਆਲ ਰੱਖਣਾ ਪੈਂਦਾ ਹੈ, ਕਿਉਂਕਿ ਇਹ ਜਿਹੜੀ ਅਵਸਥਾ ਹੈਗੀ ਹੈ ਇਹਦੇ ਵਿੱਚ ਸਰੀਰ ਜਿਹੜਾ ਇੱਕ ਉਸ ਪ੍ਰਕਿਰਿਆ 'ਚੋਂ ਗੁਜ਼ਰ ਰਿਹਾ ਹੁੰਦਾ ਹੈ ਕਿ ਜਿਸ ਅਵਸਥਾ ਦੇ ਵਿੱਚ ਕਈ ਕੀਟਾਣੂ ਵੀ ਪਨਪਦੇ ਹੈ। ਸਰ ਜਿੱਦਾਂ ਦੇਖਿਆ ਜਾਵੇ ਕੁਝ ਸਾਈਡਾਂ ਵਿੱਚ ਦੇਖਿਆ ਗਿਆ, ਰੂਰਲ ਏਰੀਆ ਵਿੱਚ ਔਰਤਾਂ ਨੂੰ ਇਸ ਟਾਈਮ ਤੇ ਉਸ ਕਮਰੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਜਿੱਥੇ ਉਹਦੀ ਬਾਕੀ ਫੈਮਿਲੀ ਹੁੰਦੀ, ਜਿੱਥੇ ਉਹਦੇ ਬੱਚੇ ਹੁੰਦੇ ਨੇ। ਦੇਖਿਆ ਜਾਂਦਾ ਕਿ ਉਸ ਔਰਤ ਨੂੰ ਦੂਜੇ ਕਮਰੇ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਨਾਲ। ਬਹੁਤ ਜੀ 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 ਦੇਖੀ ਗਈ ਹੈ ਸਰ। ਜੀ ਜੀ ਇਹ ਦੇਖੋ ਜੀ, ਮੈਂ ਕਹਾਂਗਾ ਕਿ ਇੱਕ ਬੜੀ ਭੈੜੀ ਸੱਚਾਈ ਹੈ ਜੀ ਬਿਲਕੁਲ ਕਿ ਔਰਤ ਨੂੰ ਡੋਮੀਨੇਟ ਕਰਨ ਨੂੰ ਜੀ ਜਾਂ ਉਹਨੂੰ ਦਬਾ ਕੇ ਰੱਖਣ ਨੂੰ ਇਹੋ ਜਿਹੀਆਂ ਚੀਜ਼ਾਂ ਜਾਂ ਇਹੋ ਜਿਹੀ ਇੱਕ ਜਿਹੜੀ ਸੋਚ ਹੈਗੀ ਆ ਸਮਾਜ ਨੇ ਦਿੱਤੀ ਹੈਗੀ ਹੈ, ਹਾਂਜੀ ਤਾਂ ਕਿ ਅਸੀਂ ਉਸ ਔਰਤ ਨੂੰ ਜਿਹੜੀ ਕਿ ਇੱਕ ਜਨਨੀ ਹੈ, ਪਰਮਾਤਮਾ ਦੀ ਸਰਵੋਤਮ ਕ੍ਰਿਤੀ ਹੈ, ਜੀ ਜੀ ਪਰਮਾਤਮਾ ਦਾ ਇੱਕ ਰੂਪ ਹੈ, ਜੀ ਇਸ ਧਰਤੀ ਦਾ ਰੂਪ ਹੈ। ਜੀ ਜੀ ਧਰਤੀ ਜਿੱਥੇ ਕਿ ਆਪਾਂ ਰਹਿੰਦੇ ਹਾਂ, ਇਹਨੂੰ ਵੀ ਆਪਾਂ ਇੱਕ ਮਾਤਾ ਕਹਿੰਦੇ ਹਾਂ, ਹਾਂਜੀ ਬਿਲਕੁਲ, ਇਹਨੂੰ ਆਪਾਂ ਪਿਤਾ ਨਹੀਂ ਕਹਿ ਸਕਦੇ। ਮਾਤਾ ਕਹਿੰਦੇ ਹਾਂਜੀ ਇਹਦਾ ਇੱਕ ਰੂਪ ਆ, ਇਹਨੂੰ ਮਾਤਾ ਕਿਉਂ ਕਿਹਾ ਜਾਂਦਾ, ਇਹਨੂੰ ਮਾਤਾ ਦੇ ਰੂਪ 'ਚ ਕਿਉਂ ਪੂਜਿਆ ਜਾਂਦਾ, ਜਾਂ ਇੱਕ ਔਰਤ ਨੂੰ ਸਵਰਗ ਨਾਲੋਂ ਵੀ ਉੱਤਮ ਕਿਉਂ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਆਪਣੀ ਗੱਲਾਂ 'ਚ ਦੱਸਿਆ ਸੀ ਜੀ ਕਿ ਵਾਲਮੀਕੀ ਮਹਾਰਾਜ ਨੇ ਇੱਕ ਔਰਤ ਦੇ ਪ੍ਰਤੀ ਐਸੀ ਚੀਜ਼ ਜਿਹੜੀ ਆਪਣੇ ਗ੍ਰੰਥਾਂ ਵਿੱਚ ਕਹੀ ਹੈ ਜੀ ਕਿ ਜਨਨੀ ਔਰ ਜਨਮ ਭੂਮि ਜੀ स्वर्ग से भी उत्तम है। ਜੀ ਜੀ ਬਿਲਕੁਲ और ਜਿਹੜੀ ਚੀਜ਼ ਪਰਮ ਪਿਤਾ ਪਰਮਾਤਮਾ ਜਿਨ੍ਹਾਂ ਨੇ ਕਿ ਇਸ ਕਾਇਨਾਤ ਦੀ ਰਚਨਾ ਕੀਤੀ ਹੈ, ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਇਸ ਪੂਰੀ ਹਿਊਮੈਨਿਟੀ ਦੀ ਰਚਨਾ ਕੀਤੀ ਹੈ, ਤੇ ਉਹਨਾਂ ਦੀ ਕਹੀ ਹੋਈ ਗੱਲ ਗਲਤ ਨਹੀਂ ਹੈ। ਜੀ ਜੀ ਅਗਰ ਪਰਮਾਤਮਾ ਤੋਂ ਬਾਅਦ ਸ਼ਿਸ਼ਯ ਨੂੰ ਚਲਾਉਣ ਦਾ ਜਾਂ ਇਸ ਨੂੰ ਇੱਕ ਨਵਾਂ ਜੀਵਨ ਦੇਣ ਦਾ ਕੰਮ ਕਿਸੇ ਨੂੰ ਸੌਂਪਿਆ ਗਿਆ ਤੇ ਰੱਬ ਤੋਂ ਬਾਅਦ ਉਹ ਇੱਕ ਔਰਤ ਨੂੰ ਸੌਂਪਿਆ ਗਿਆ ਹੈ। ਜੀ ਜੀ ਔਰ ਇਹ ਜਿਹੜੀ ਪ੍ਰਕਿਰਿਆ ਹੈ ਉਸੇ ਹੀ ਪ੍ਰਕਿਰਿਆ ਦਾ, ਉਸੇ ਹੀ ਜੀਵਨ ਦਾ, ਉਸੇ ਹੀ ਚੱਕਰ ਦਾ ਇੱਕ ਰੂਪ ਹੈ। ਜੀ ਜੀ ਪਰ ਇਸ ਰੂਪ ਦੇ ਵਿੱਚ, ਇਸ ਪ੍ਰਕਿਰਿਆ ਦੇ ਵਿੱਚ ਸਵੱਛਤਾ ਦਾ ਜਿਹੜਾ ਧਿਆਨ ਨੂੰ ਰੱਖਦੇ ਹੋਏ ਇਹ ਚੀਜ਼ਾਂ ਥੋੜ੍ਹਾ ਜਿਹਾ ਮਨਾਹੀ ਕੀਤੀ ਗਈ ਹੈ ਵੀ ਪੂਜਾ ਪਾਠ ਦੇ ਵਿੱਚ ਨਹੀਂ ਆਉਣਾ ਜਾਂ ਰਸੋਈ ਦੇ ਵਿੱਚ ਨਹੀਂ ਆਉਣਾ, ਕਿਉਂਕਿ ਜਿਸ ਟਾਈਮ ਆਪਾਂ ਪੂਜਾ ਪਾਠ ਕਰਦੇ ਹਾਂ, ਧਿਆਨ ਲਗਾਉਂਦੇ ਹਾਂ, ਉਸ ਪਰਮਾਤਮਾ ਦਾ ਗੁਣਗਾਨ ਕਰਦੇ ਹੈਗੇ ਹਾਂ, ਉਹਦੇ ਵਿੱਚ ਜਾਂ ਖਾਣਾ ਬਣਾਉਣ ਦੇ ਵਿੱਚ ਜਿਸ ਟਾਈਮ ਕਿ ਖਾਣਾ ਜਿੱਥੋਂ ਕਿ ਸਾਨੂੰ ਜੀਵਨ ਦਾ ਸਤੋਤਰ, ਜੀਵਨ ਦੀ એનર્ਜੀ ਜਿਹੜੀ ਮਿਲਦੀ ਹੈ, ਹਾਂਜੀ ਉਸ ਅਵਸਥਾ ਦੇ ਵਿੱਚ ਕੋਈ ਕੀਟਾਣੂ, ਜੀਵਾਣੂ ਜਾਂ ਕੁਝ ਐਸੀ ਚੀਜ਼ ਨਾ ਪ੍ਰਵੇਸ਼ ਕਰੇ ਜਿਹਦੇ ਨਾਲ ਕਿ ਕੋਈ ਹਾਨੀ ਹੋਵੇ। ਪਰ ਇਹਦਾ ਇਹ ਕਾਰਨ ਨਹੀਂ ਕਿ ਅਸੀਂ ਔਰਤ ਨੂੰ ਇਸ ਚੀਜ਼ ਤੋਂ ਵੰਚਿਤ ਹੀ ਕਰ ਦਈਏ। ਔਰਤ ਦੇ ਨਾਲ ਇਤਿਹਾਸ ਦੇ ਵਿੱਚ ਜਿਹੜੀ ਚੀਜ਼ਾਂ ਹੋਈਆਂ ਉਹ ਇੱਕ, ਮੈਂ ਇਹ ਕਹਾਂ ਕਿ ਬਹੁਤ ਹੀ ਨਾਇਨਸਾਫੀ ਵਾਲੀਆਂ ਚੀਜ਼ਾਂ ਕੀਤੀਆਂ ਗਈਆਂ। ਜੀ 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 ਔਰਤ ਨੂੰ ਜੋ ਬਣਦਾ ਮਾਣ, ਆਦਰ, ਸਤਿਕਾਰ, ਉਹਦਾ ਜੋ ਕਰੈਕਟਰ ਹੈਗਾ ਉਹਦੇ ਮੁਤਾਬਿਕ ਉਹਨੂੰ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ। ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਹੈ ਜਾਂ ਆਪਾਂ ਦੇਖਦੇ ਵੀ ਹਾਂ ਕਿ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਹੈ, ਹਾਂਜੀ ਉਹ ਆਪਾਂ ਕਿੱਦਾਂ ਇਹਨੂੰ ਵਿਆਖਿਆਨ ਕਰ ਸਕਦੇ ਹਾਂ ਜਾਂ ਕਹਿ ਸਕਦੇ ਹਾਂ। ਜੀ ਜੀ ਉਹ ਇਸ ਤਰ੍ਹਾਂ ਕਰਕੇ ਆਪਾਂ ਕਹਿ ਜਾਂ ਸਮਝਾ ਸਕਦੇ ਹਾਂ ਕਿ ਜਿਵੇਂ ਕਿ ਇੱਕ ਮਾਂ ਹੈ, ਜੀ ਮਾਂ ਜਿਹੜੀ ਹੈ ਜਿਸ ਟਾਈਮ ਆਪਣੇ ਬੱਚੇ ਨੂੰ ਬਰਥ ਦਿੰਦੀ ਹੈ, ਜੀ ਜੀ
ਜਿਸ ਟਾਈਮ ਉਹਨੂੰ ਜਨਮ ਦਿੰਦੀ ਹੈ, ਜੀ ਜੀ ਉਹਦੀ ਜੀਵਨ ਦਾਇਨੀ ਬਣਦੀ ਹੈਗੀ ਹੈ, ਜੀ ਜੀ ਤੇ ਉਹਦੇ ਬੱਚੇ ਨੂੰ ਕਰੈਕਟਰ ਨੂੰ ਸਹੀ ਬਣਾਉਣ ਲਈ, ਸਹੀ ਤਿਆਰ ਕਰਨ ਵਾਸਤੇ ਵੀ ਇਹ ਮਾਂ ਦਾ ਹੀ ਹੱਥ ਹੁੰਦਾ ਹੈ। ਤਾਈਓ ਮਾਤਾ ਨੂੰ ਪਹਿਲੀ ਜਿਹੜੀ ਸਿੱਖਿਅਕ ਕਿਹਾ ਜਾਂਦਾ ਹੈ, ਸਿੱਖਿਆ ਦੇਣ ਵਾਲੀ ਕਿਹਾ ਜਾਂਦਾ ਹੈ। ਜੀ ਜੀ ਜੇ ਇੱਕ ਮਾਤਾ ਦੇ ਵਿੱਚ ਅੱਛੇ ਸੰਸਕਾਰ ਹੋਣਗੇ, ਜੀ ਜੀ ਅੱਛੇ ਉਹਦੇ 'ਚ ਗੁਣ ਹੋਣਗੇ, ਅੱਛਾ ਉਹ 'ਚ ਵਿਹਾਰ ਹੋਏਗਾ, ਅੱਛਾ ਉਹ 'ਚ ਆਚਰਣ ਹੋਏਗਾ, ਤੇ ਤਾਂ ਹੀ ਉਹ ਮਾਤਾ ਆਪਣੇ ਬੱਚੇ ਨੂੰ ਇੱਕ ਅੱਛਾ ਬਣਾ ਸਕਦੀ ਹੈ। ਔਰ ਜਿਸ ਤਰ੍ਹਾਂ ਹੁਣ ਆਪਾਂ ਕਿਹਾ ਹੈ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ, ਇੱਥੇ ਉਹ ਚੀਜ਼ ਜਿਹੜੀ ਟੁਕਦੀ ਹੈ ਕਿ ਅਸੀਂ ਜਿਹੜੀ ਸਾਡੀ ਸੰਤਾਨ ਹੈ ਉਹਨੂੰ ਲਾਡ ਪਿਆਰ ਕਰਨ ਦੇ ਵਿੱਚ, ਪਿਆਰ ਕਰਨ ਦੇ ਵਿੱਚ, ਲਗਾਵ ਦੇ ਵਿੱਚ, ਮੋਹ ਮਾਇਆ ਦੇ ਵਿੱਚ ਇੰਨੇ ਕੁ ਕਈ ਗਲਤ ਸੰਸਕਾਰ ਵੀ ਦੇ ਦਿੰਦੇ ਆ ਕਿ ਜਿਹਦਾ ਨਤੀਜਾ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਅੱਜ ਜਿਹੜੇ ਵਿਆਭਿਚਾਰ ਹੋ ਰਹੇ ਨੇ, ਔਰਤਾਂ ਦੇ ਉੱਤੇ ਅਤਿਆਚਾਰ ਹੋ ਰਹੇ ਨੇ, ਬੱਚੀਆਂ ਦੇ ਉੱਤੇ ਅਤਿਆਚਾਰ ਹੋ ਰਹੇ ਆ, ਇਹ ਕਿਤੇ ਨਾ ਕਿਤੇ ਸਾਡੇ ਸੰਸਕਾਰਾਂ ਤੇ ਜਿਹੜੇ ਕਿ ਸਾਨੂੰ ਗਲਤ ਮਿਲੇ ਹੈਗੇ ਆ, ਇਹ ਉਹਦਾ ਨਤੀਜਾ ਹੈ। ਨਹੀਂ ਤਾਂ ਅਦਰਵਾਈਜ਼ ਇੱਕ ਔਰਤ ਜਿਸ ਨੇ ਕਿ ਮਰਦ ਨੂੰ ਜਨਮ ਦਿੱਤਾ ਹੈ, ਜਿਹੜਾ ਕਿ ਮਰਦ ਆਪਣੇ ਆਪ ਨੂੰ ਡੋਮੀਨੇਟ ਕਰਦਾ ਹੈ, ਉਹਦੇ ਕਰੈਕਟਰ ਨੂੰ ਡਿਫਾਈਨ ਕਰਨਾ, ਉਹਨੂੰ ਵਧੀਆ ਬਣਾਉਣਾ, ਇਹ ਵੀ ਔਰਤ ਤੇ ਡਿਪੈਂਡ ਕਰਦਾ ਹੈਗਾ ਨਾਲ। ਦੇਖਿਆ ਜਾਵੇ ਜਿੱਦਾਂ ਅੱਜ ਕੱਲ੍ਹ ਦੇ ਟਾਈਮ ਤੇ ਦੇਖਿਆ ਜਾਵੇ, ਇੱਕ ਔਰਤ ਇੱਕ ਦੂਜੀ ਔਰਤ ਨੂੰ ਸਮਝਣੀ ਚਾਹੀਦੀ ਹੈ, ਬਟ ਸਮਝ ਕੁਝ ਮੈਂ ਪੂਰੀ ਔਰਤ ਜਾਤ ਨੂੰ ਗਲਤ ਨਹੀਂ ਕਹਿੰਦੀ, ਕੁਝ ਔਰਤਾਂ ਸਮਝਦੀਆਂ ਗਏ, ਬਟ ਸਿਰ ਦੇਖਿਆ ਜਾਵੇ ਜਦੋਂ ਇੱਕ ਬੱਚਾ ਸਪੈਸ਼ਲੀ ਮੁੰਡਾ ਹੋਵੇ, ਉਹ ਜਦੋਂ ਵੱਡਾ ਹੁੰਦਾ ਹੈ, ਜਦੋਂ ਉਹ ਮਾਂ ਦੀ ਗੱਲ ਕਰਦਾ ਹੈ, ਭੈਣ ਦੀ ਗੱਲ ਕਰਦਾ ਹੈ, ਉਹ ਕਈ ਵਾਰ ਉਹ ਆਪਣੇ ਮਾਂ ਦੇ ਸਾਹਮਣੇ ਵੀ ਕੱਢਦਾ, ਬਟ ਉੱਥੇ ਉਸ ਮਾਂ ਪੇਰੈਂਟਸ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਰੋਕਦੇ, ਕਿਉਂ ਨਹੀਂ ਕੰਟਰੋਲ ਕਰਦੇ ਕਿ ਤੁਸੀਂ ਉਸ ਔਰਤ ਦੀ ਇੱਜ਼ਤ ਕਰੋ, ਨਾ ਕਿ ਤੁਸੀਂ ਉਹਨੂੰ ਖਾਲੀ ਕਰ ਦਿਓ। ਬਿਲਕੁਲ ਜੀ, ਬਿਲਕੁਲ, ਤੁਹਾਡੀ ਬਿਲਕੁਲ ਗੱਲ ਬਹੁਤ ਵਧੀਆ ਹੈ, ਕੁਐਸਚਨ ਤੁਹਾਡਾ ਬਹੁਤ ਅੱਛਾ ਹੈ। ਜੀ ਜੀ ਔਰ ਇਸੇ ਵਿੱਚ ਹੀ ਜਿਸ ਤਰ੍ਹਾਂ ਹੁਣ ਤੁਸੀਂ ਗੱਲ ਕਹੀ ਹੈ ਕਿ ਇੱਕ ਬੱਚੇ ਨੂੰ ਆਪਾਂ ਉਸ ਢੰਗ ਨਾਲ ਤਿਆਰ ਕਿਉਂ ਨਹੀਂ ਕਰਦੇ, ਕਿਉਂ ਨਹੀਂ ਕਰਦੇ, ਹਾਂਜੀ। ਇਤਿਹਾਸ 'ਚ ਤੁਸੀਂ ਨਾਮ ਇੱਕ ਸੁਣਿਆ ਹੋਣਾ ਸ਼ਰਵਣ ਕੁਮਾਰ ਦਾ। ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ। ਸ਼ਰਵਣ ਕੁਮਾਰ ਇੱਕ ਮਾਤਾ ਪਿਤਾ ਦੀ ਐਸੀ ਦੀ ਸੰਤਾਨ ਸੀਗੀ ਜਿਹਦੇ ਮਾਤਾ ਪਿਤਾ ਅੱਖਾਂ ਤੋਂ ਨਹੀਂ ਦੇਖ ਸਕਦੇ ਸੀ, ਬਟ ਉਹਦੇ ਮਾਂ ਨੇ, ਉਹਦੇ ਬਾਪ ਨੇ ਉਹਨੂੰ ਇੱਦਾਂ ਦਾ ਉਹਦਾ ਕਰੈਕਟਰ ਜਿਹੜਾ ਬਣਾ ਦਿੱਤਾ, ਜਾਂ ਇੱਦਾਂ ਦੇ ਉਹਨਾਂ ਨੂੰ ਸੰਸਕਾਰ ਦਿੱਤੇ ਕਿ ਅੱਜ ਉਹ ਸਾਡੇ ਵਾਸਤੇ ਇੱਕ ਮੋਰਲ ਹੈ, ਇੱਕ ਐਗਜ਼ਾਮਪਲ ਹੈ। ਅਸੀਂ ਆਪਾਂ ਕਿਸੇ ਨੂੰ ਚੰਗਾ ਪੁੱਤਰ ਦੱਸਣਾ ਹੋਵੇ ਤਾਂ ਆਪਾਂ ਇਹ ਐਗਜ਼ਾਮਪਲ ਦਿੰਦੇ ਹਾਂ ਕਿ ਤੂੰ ਆਪਣੇ ਮਾਂ-ਬਾਪ ਦਾ ਸ਼ਰਵਣ ਕੁਮਾਰ ਹੈ। ਦੂਸਰੇ ਪਾਸੇ ਸਾਡੇ ਕੋਲ ਜਿਹੜੇ ਕਰੈਕਟਰ ਆਉਂਦੇ ਆ, ਤੁਸੀਂ ਵੀ ਦੇਖਿਆ ਹੋਣਾ ਹੈ, ਸੁਣਿਆ ਹੈ, ਪੜ੍ਹਿਆ ਹੈ, ਜਾਣਿਆ ਹੈ, ਮੈਂ ਪੁਰਾਣੀ ਗੱਲ ਨਹੀਂ ਕਰਾਂਗਾ, ਅੱਜ ਦੇ ਉਹਨਾਂ ਲੋਕਾਂ ਦੀ ਗੱਲ ਕਰਾਂਗਾ ਜਿਹੜੇ ਲੋਕ ਬੜੇ ਵੱਡੇ ਵੱਡੇ ਆਸ਼ਰਮ ਚਲਾ ਰਹੇ ਨੇ, ਔਰ ਬੜੇ ਵੱਡੇ ਵੱਡੇ ਪ੍ਰੀਚਰ ਬਣੇ ਪਏ ਹੈ, ਬੜੇ ਵੱਡੇ ਵੱਡੇ ਪ੍ਰਚਾਰਕ ਬਣੇ ਪਏ ਹੈ, ਬਟ ਅੰਦਰ ਖਾਤੇ ਉਹਨਾਂ ਦਾ ਜੋ ਕਰੈਕਟਰ ਹੈਗਾ ਉਹ ਤੁਹਾਨੂੰ ਪਤਾ ਹੈ। ਬਿਲਕੁਲ ਸਰ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਡੇ ਮਾਂ-ਬਾਪ ਵੱਲੋਂ ਦਿੱਤੇ ਹੋਏ ਸੰਸਕਾਰ ਹੀ ਹੈ, ਜਿਹੜੇ ਸਾਨੂੰ ਚੰਗਾ ਵੀ ਬਣਾਉਂਦੇ ਆ ਤੇ ਮਾੜਾ ਵੀ ਬਣਾਉਂਦੇ ਆ। ਇਹੀ ਸੰਸਕਾਰ ਅਗਰ ਔਰਤ ਦੇ ਪ੍ਰਤੀ ਆਦਰ ਸਤਿਕਾਰ, ਮਾਨ ਸਤਿਕਾਰ ਅਸੀਂ ਬੱਚੇ ਨੂੰ ਸਿਖਾਇਆ ਹੋਵੇ ਤਾਂ ਉਹ ਬੱਚਾ ਉਸ ਔਰਤ ਦੀ, ਉਸ ਇਸਤਰੀ ਜਾਤ ਦੀ, ਉਸ ਪਰਮਾਤਮਾ ਦੀ ਸਰਵੋਤਮ ਕ੍ਰਿਤੀ ਦੀ ਰਿਸਪੈਕਟ ਕਰਨੀ ਸਿੱਖੇਗਾ, ਉਹ ਮਰਿਆਦਿਤ ਹੋਏਗਾ, ਉਹ ਰਾਮਚੰਦਰ ਬਣੇਗਾ, ਨਾ ਕਿ ਐਸਾ ਇਨਸਾਨ ਬਣੇਗਾ ਜਿਹੜਾ ਕਿ ਔਰਤ ਦੇ ਨਾਲ ਵਿਆਭਿਚਾਰ ਕਰਦਾ ਹੈ। ਜਿਵੇਂ ਕਿ ਇੱਥੇ ਮੈਂ ਐਗਜ਼ਾਮਪਲ ਲਿੱਤੀ ਹੈਗੀ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮਚੰਦਰ ਜੀ ਦੀ, ਉੱਥੇ ਹੀ ਐਗਜ਼ਾਮਪਲ ਹੈਗੀ ਹੈ ਦੇਵਤਾਵਾਂ ਦੇ ਰਾਜਾ ਇੰਦਰ ਦੀ। ਇੰਦਰ ਦਾ ਜਿਹੜਾ ਕਰੈਕਟਰ ਹੈ, ਇੰਦਰ ਦਾ ਜਿਹੜਾ ਵਿਅਕਤੀਤਵ ਹੈ, ਉਹ ਸ਼ਾਸਤਰਾਂ 'ਚ ਜੋ ਸਾਨੂੰ ਪੜ੍ਹਨ ਨੂੰ ਮਿਲਦਾ, ਦੇਖਣ ਨੂੰ ਮਿਲਦਾ, ਉਹਦਾ ਵਿਆਖਿਆਨ ਮਿਲਦਾ, ਜਾਂ ਉਹਦਾ ਹਾਵ ਭਾਵ ਜਿਹੜੇ ਉਹਨੇ ਕੀਤੇ ਆ ਉਹ ਸਾਨੂੰ ਮਿਲਦੇ ਆ। ਤੇ ਔਰਤਾਂ ਦੇ ਪ੍ਰਤੀ ਕਿਹੋ ਜਿਹਾ ਨਜ਼ਰੀਆ ਉਹ ਰੱਖਦਾ ਹੈ ਉਹ ਸਾਨੂੰ ਸਾਫ਼ ਝਲਕਦਾ ਹੈ। ਇਹ ਉਹ ਸੰਸਕਾਰ ਹੈ ਜਿਹੜੇ ਵਿਅਕਤੀ ਦਾ ਵਿਅਕਤੀਤਵ ਜਿਹੜਾ ਦੱਸਦੇ ਆ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਰਾਮਚੰਦਰ ਜੀ, ਉਹਨਾਂ ਦਾ ਇੱਕ ਅੱਛਾ ਦੇਖੋ ਕਰੈਕਟਰ ਰਿਹਾ, ਇੱਕ ਪਤਨੀ ਵਰਤਾ ਰਹੇ ਨੇ, ਔਰਤ ਦਾ ਆਦਰ ਸਤਿਕਾਰ ਕਰਨ ਵਾਲੇ ਰਹੇ ਨੇ। ਉਸੇ ਤਰ੍ਹਾਂ ਇੰਦਰ ਹੈਗਾ, ਜਿਹਨੂੰ ਜੋ ਚੀਜ਼ ਚੰਗੀ ਲੱਗਦੀ ਹੈ ਉਹ ਚੀਜ਼ ਗ੍ਰੈਬ ਕਰ ਲੈਂਦਾ, ਝਪਟ ਲੈਂਦਾ ਹੈ, ਉਹ ਤੇ ਆਪਣਾ ਅਧਿਕਾਰ ਸਮਝਦਾ ਹੈ। ਕਿਉਂ? ਇਹ ਉਹਦੇ ਗਲਤ ਸੰਸਕਾਰ ਹੈ, ਪਰ ਫਿਰ ਵੀ ਆਪਾਂ ਉਹਨੂੰ ਦੇਵਤਾ ਕਹਿੰਦੇ ਹਾਂ, ਉਹਨੂੰ ਪੂਜਦੇ ਹਾਂ, ਉਹਦੀ ਰਿਸਪੈਕਟ ਕਰਦੇ ਹਾਂ। ਇਹੀ ਚੀਜ਼ਾਂ ਮੈਡਮ ਜਿਹੜੀਆਂ ਹੈ ਨਾ, ਮੈਂ ਬੜੇ ਦੁਖੀ ਮਨ ਨਾਲ ਇਹ ਚੀਜ਼ ਕਹਾਂਗਾ ਕਿ ਅਸੀਂ ਉਹਨਾਂ ਲੋਕਾਂ ਨੂੰ ਪੂਜਿਆ ਜਿਨ੍ਹਾਂ ਲੋਕਾਂ ਨੇ ਔਰਤ ਦਾ ਅਪਮਾਨ ਕੀਤਾ, ਉਹਨਾਂ ਦਾ ਸਤਿਕਾਰ ਨਹੀਂ ਕੀਤਾ, ਬਟ ਉਹਨਾਂ ਲੋਕਾਂ ਨੂੰ ਆਪਾਂ ਦੁਤਕਾਰਿਆ ਨਹੀਂ,
ਜਿਨ੍ਹਾਂ ਨੂੰ ਸਾਨੂੰ ਦੁਤਕਾਰਨਾ ਚਾਹੀਦਾ ਸੀ। ਜਿਵੇਂ ਕਿ ਇੱਕ ਤੁਹਾਨੂੰ ਐਗਜ਼ਾਮਪਲ ਮੈਂ ਦਿੱਤੀ ਹੈਗੀ ਇੰਦਰ ਦੀ, ਨਾ ਕੇਵਲ ਇੰਦਰ ਬਲਕਿ ਸਾਨੂੰ ਇਤਿਹਾਸ ਦੀਆਂ ਕਈ ਐਸੀਆਂ ਐਗਜ਼ਾਮਪਲਸ ਮਿਲਦੀਆਂ ਹੈਗੀਆਂ ਕਿ ਜਿਹਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਇਸ ਸਮੇਂ ਔਰਤ ਦੇ ਨਾਲ ਇਹਨਾਂ ਨੇ ਗਲਤ ਕੰਮ ਕੀਤੇ। ਫਸਟ ਟਾਈਮ ਜਦੋਂ ਇਹ ਗਲਤੀ ਹੋਈ ਸੀਗੀ ਬ੍ਰਹਮਾ ਜੀ ਤੋਂ, ਜਿਨ੍ਹਾਂ ਨੂੰ ਕਿ ਆਪਾਂ ਸ੍ਰਿਸ਼ਟੀਕਰਤਾ ਜਾਂ ਬ੍ਰਹਮਦੇਵ ਆਪਾਂ ਕਹਿ ਦਿੰਦੇ ਹਾਂ। ਉਹ ਗਲਤੀ ਉਹਨਾਂ ਦੇ ਕੋਲੋਂ ਉਹ ਹੋਈ ਕਿ ਜਿਸ ਟਾਈਮ ਔਰਤ ਦੀ ਸਿਰਜਣਾ ਕੀਤੀ ਉਹਨਾਂ ਨੇ, ਔਰਤ ਦੀ ਸਿਰਜਣਾ ਕਰਨ ਦੇ ਵਿੱਚ ਬ੍ਰਹਮਾ ਜੀ ਨੇ ਹਰ ਦੁਨੀਆ ਦੀਆਂ ਅੱਛਾਈਆਂ, ਹਰ ਕਾਇਨਾਤ ਦੀਆਂ ਅੱਛਾਈਆਂ ਜਿਹੜੀਆਂ ਭਰ ਦਿੱਤੀਆਂ। ਔਰ ਜਦੋਂ ਉਸ ਔਰਤ ਦਾ ਜਨਮ ਹੋਇਆ ਤੇ ਬ੍ਰਹਮਾ ਜੀ ਖੁਦ ਹੀ ਉੱਤੇ ਮੋਹਿਤ ਹੋ ਗਏ। ਯਾਨੀ ਕਿ ਉਹ ਔਰਤ ਜਿਨ੍ਹਾਂ ਨੂੰ ਉਹਨਾਂ ਨੇ ਜਨਮ ਦਿੱਤਾ, ਜਿਹੜੀ ਉਹਨਾਂ ਦੇ ਪੁੱਤਰੀ ਸਮਾਨ ਸੀ, ਉਸ ਔਰਤ ਦੇ ਰੂਪ ਨੂੰ ਦੇਖ ਕੇ, ਉਹਦੇ ਗੁਣਾਂ ਨੂੰ ਦੇਖ ਕੇ, ਉਹਦੇ ਯੌਵਨ ਨੂੰ ਦੇਖ ਕੇ ਖੁਦ ਹੀ ਉੱਤੇ ਮੋਹਿਤ ਹੋ ਗਏ। ਉਸ ਸਮੇਂ ਸ਼ਿਵ ਨੇ ਕਿਹਾ ਉਹਨਾਂ ਨੂੰ ਕਿ ਹੇ ਬ੍ਰਹਮਦੇਵ, ਆਪਣੇ ਭਾਵਾਂ ਨੂੰ, ਆਪਣੀਆਂ ਭਾਵਨਾਵਾਂ ਨੂੰ ਲਗਾਮ ਦਿਓ। ਸ਼ਿਵ ਨੇ ਬ੍ਰਹਮਾ ਨੂੰ ਇਹ ਚੇਤਾਵਨੀ ਦਿੱਤੀ ਕਿ ਤੂੰ ਜਿਹੜੀਆਂ ਭਾਵਨਾਵਾਂ ਦੇ ਵਿੱਚ ਬਹਿਣ ਲੱਗਾ ਹੈ ਜਾਂ ਜਿਹੜਾ ਕਰਮ ਤੂੰ ਕਰਨ ਜਾ ਰਿਹਾ ਹੈ, ਇਹ ਦੁਨੀਆ ਵਾਸਤੇ, ਆਉਣ ਵਾਲੀ ਮਾਨਵਤਾ ਵਾਸਤੇ ਇੱਕ ਗਲਤ ਐਗਜ਼ਾਮਪਲ ਕ੍ਰੀਏਟ ਕਰੇਗਾ ਇਹ ਨਾਲ। ਬਟ ਬ੍ਰਹਮਾ ਨੇ ਕਹਿੰਦੇ ਨਾ ਕਿ ਇਨਸਾਨ ਆਪਣੇ ਜਿਹੜੇ ਕਰਮ ਉਹਦੇ ਹੁੰਦੇ ਨੇ ਉਤੋਂ ਮਜਬੂਰ ਹੋ ਜਾਂਦਾ ਹੈ, ਤੇ ਬ੍ਰਹਮਦੇਵ ਵੀ ਇੱਥੇ ਗਲਤੀ ਕਰ ਗਏ। ਉਹਨਾਂ ਨੇ ਆਪਣੀ ਪੁੱਤਰੀ ਦੇ ਨਾਲ ਹੀ ਵਿਆਭਿਚਾਰ ਕੀਤਾ ਦਿੱਤਾ। ਜਦੋਂ ਉਹਨਾਂ ਨੇ ਇਹ ਚੀਜ਼ ਕੀਤੀ, ਇੱਥੇ ਇਹ ਚੀਜ਼ ਖਤਮ ਨਹੀਂ ਹੁੰਦੀ, ਫਿਰ ਉਹ ਪਾਰਵਤੀ ਤੇ ਵੀ ਮੋਹਿਤ ਹੋ ਗਏ। ਤੁਸੀਂ ਸ਼ਾਸਤਰਾਂ 'ਚ ਪੜ੍ਹਿਆ ਹੋਣਾ ਹੈ ਕਿ ਬ੍ਰਹਮਾ ਦੇ 4 ਸਿਰ ਨਹੀਂ, ਇਹਦੇ 5 ਸਿਰ ਸੀਗੇ। ਔਰ ਉਸਦੇ 5ਵੇਂ ਸਿਰ ਨੂੰ ਸ਼ਿਵ ਨੇ ਖਤਮ ਕਰ ਦਿੱਤਾ ਸੀ, ਜਿੱਥੋਂ ਕਿ ਸ਼ਿਵ ਨੂੰ ਬ੍ਰਹਮ ਹੱਤਿਆ ਦਾ ਸ਼ਰਾਪ ਮਿਲ ਗਿਆ। ਫਿਰ ਸ਼ਿਵ ਨੇ ਜਿਹੜਾ ਸੀ ਬ੍ਰਹਮ ਹੱਤਿਆ ਦੇ ਸ਼ਰਾਪ ਨੂੰ ਖਤਮ ਕਰਨ ਵਾਸਤੇ ਪ੍ਰਯਾਗਰਾਜ ਦੇ ਵਿੱਚ ਬ੍ਰਹਮ ਸਰੋਵਰ ਜਿਹੜਾ ਇਜਾਦ ਕੀਤਾ ਤੇ ਬ੍ਰਹਮ ਹੱਤਿਆ ਤੋਂ ਮੁਕਤ ਹੋਏ। ਪਰ ਇਹਦੇ ਨਾਲ ਹੀ ਸ਼ਿਵ ਨੇ ਬ੍ਰਹਮਾ ਨੂੰ ਚੇਤਾਵਨੀ ਵੀ ਦਿੱਤੀ ਕਿ ਬ੍ਰਹਮਦੇਵ, ਇਹ ਜਿਹੜਾ ਤੁਸੀਂ ਕੰਮ ਕਰਨ ਲੱਗੇ ਹੋ, ਇਹ ਦੁਨੀਆ ਜਿਹੜੀ ਆਉਣ ਵਾਲੀ ਹੈ, ਉਹ ਸ੍ਰਿਸ਼ਟੀ ਜਿਹੜੀ ਤੁਸੀਂ ਬਣਾਈ ਹੈ, ਜਿਹੜੀ ਅਨੰਤ ਕਾਲ ਤੱਕ ਚੱਲਣੀ ਹੈਗੀ ਹੈ, ਇਹ ਇੱਕ ਗਲਤ ਐਗਜ਼ਾਮਪਲ ਸੈੱਟ ਕਰ ਦੇਗੀ। ਪਹਿਲੀ ਜਿਹੜੀ ਗਲਤੀ ਹੈ ਉਹ ਬ੍ਰਹਮਾ ਜੀ ਨੇ ਇੱਥੇ ਕੀਤੀ। ਔਰ ਸ਼ਿਵ ਨੇ ਬ੍ਰਹਮਾ ਜੀ ਨੂੰ ਉਸ ਸਮੇਂ ਇਹ ਸ਼ਰਾਪ ਦਿੱਤਾ ਕਿ ਹੇ ਬ੍ਰਹਮ, ਤੁਸੀਂ ਚਾਹੇ ਪੂਰੀ ਸ੍ਰਿਸ਼ਟੀ ਦੇ ਰਚੇਤਾ ਹੋ, ਪਰ ਇਸ ਸ੍ਰਿਸ਼ਟੀ ਦੇ ਉੱਤੇ ਤੁਹਾਡੀ ਕਿਤੇ ਵੀ ਇਸ ਕੰਮ ਦੇ ਕਾਰਨ ਪੂਜਾ ਨਹੀਂ ਕੀਤੀ ਜਾਏਗੀ। ਡੈਟਸ ਵਾਈ ਅਸੀਂ ਆਪਣੇ ਧਰਮ ਕਰਮ ਦੇ ਵਿੱਚ, ਆਪਣੀ ਪੂਜਾ ਪੱਧਤੀ ਦੇ ਵਿੱਚ ਉਸ ਬ੍ਰਹਮਾ ਦਾ ਨਾਮ ਨਹੀਂ ਲੈਂਦੇ। ਇਹ ਪਹਿਲੀ ਸੀ ਐਗਜ਼ਾਮਪਲ। ਉਸ ਤੋਂ ਬਾਅਦ 'ਚੋਂ ਇਸੇ ਐਗਜ਼ਾਮਪਲ ਨੂੰ ਰਿਪੀਟ ਕੀਤਾ ਇੰਦਰ ਨੇ। ਇੰਦਰ ਨੂੰ ਵੀ ਗਲਤ ਸਿੱਖਿਆਵਾਂ ਮਿਲੀਆਂ ਤੇ ਉਹਨੇ ਵੀ ਇਸ ਤਰ੍ਹਾਂ ਲੇਡੀਜ਼ ਦੇ ਉੱਪਰ ਗਲਤ ਅਤਿਆਚਾਰ ਕਰ ਦਿੱਤਾ। ਗਲਤ ਅਤਿਆਚਾਰ ਕਰਦੇ ਕਰਦੇ ਉਹਨੇ ਰਿਸ਼ੀ ਅਤਰੀ ਦੀ ਪਤਨੀ ਜਿਹੜੀ ਕਿ ਅਹਲਿਆ ਸੀ, ਉਸ ਦੇ ਨਾਲ ਵੀ ਵਿਆਭਿਚਾਰ ਕੀਤਾ। ਅਹਲਿਆ ਦੇ ਨਾਲ ਜਦੋਂ ਦੁਰਵਿਵਹਾਰ ਹੋਇਆ, ਅਹਲਿਆ ਨੂੰ ਸਜ਼ਾ ਦੇ ਦਿੱਤੀ ਗਈ ਕਿ ਜਾ ਤੂੰ ਪੱਥਰ ਦੀ ਹੋ ਜਾ, ਔਰ ਇੰਦਰ ਨੂੰ ਜਿਹੜਾ ਛੱਡ ਦਿੱਤਾ ਗਿਆ। ਇਹ ਉਹ ਜਿਹੜੀਆਂ ਐਗਜ਼ਾਮਪਲਾਂ ਸੀਗੀਆਂ ਇਤਿਹਾਸ ਦੀਆਂ, ਜਿੱਥੋਂ ਤੁਹਾਨੂੰ ਦੱਸਿਆ ਕਿ ਜਿਹੜੇ ਸੰਸਕਾਰ ਸਾਨੂੰ ਆਪਣੀ ਔਲਾਦ ਨੂੰ ਦੇਣੇ ਚਾਹੀਦੇ ਸੀ, ਆਪਣੇ ਸ਼ਾਸਤਰਾਂ ਦੇ ਮੁਤਾਬਕ ਆਪਣੇ ਜਨਰੇਸ਼ਨ ਨੂੰ ਦੇਣੇ ਚਾਹੀਦੇ ਸੀ, ਉਹਨਾਂ ਸੰਸਕਾਰਾਂ ਤੋਂ ਅਸੀਂ ਖੁਦ ਹੀ ਲੈ ਕੇ ਅਸੀਂ ਆਪ ਹੀ ਭਟਕ ਗਏ। ਮੈਂ ਤੁਹਾਡੇ ਤੋਂ ਇੱਕ ਹੋਰ ਕੁਐਸਚਨ ਪੁੱਟ ਕਰਨਾ ਚਾਹੂੰਗੀ। ਦੇਖਿਆ ਜਾਵੇ ਕਿ ਹਰ ਵਾਰ ਕੁੜੀ ਦੀ ਹੀ ਗਲਤੀ ਕੱਢੀ ਜਾਂਦੀ ਆ। ਉਹ ਕਹਿੰਦੇ ਕਿ ਅੱਜ ਕੱਲ੍ਹ ਰੇਪ ਹੁੰਦੇ ਨੇ, ਕੁੜੀਆਂ ਨੂੰ ਕਮੈਂਟ ਪਾਸ ਕੀਤੇ ਜਾਂਦੇ ਨੇ, ਕੁੜੀਆਂ ਕੱਪੜੇ ਗਲਤ ਪਾਉਂਦੀਆਂ ਨੇ ਤਾਂ ਉਹਨਾਂ ਦੇ ਕਮੈਂਟ ਤਨ ਕੱਸੇ ਜਾਂਦੇ ਨੇ। ਅਗਰ ਕੁੜੀ ਦਾ ਰੇਪ ਹੁੰਦਾ, ਇੱਕ ਔਰਤ ਹੀ ਕਹਿੰਦੀ ਹੈ ਇੰਨੇ ਕੱਪੜੇ ਇੱਦਾਂ ਦੇ ਪਾਏ ਨੇ ਤਾਂ ਹੀ ਰੇਪ ਹੋਇਆ ਹੈ। ਸਰ, ਕੀ ਕੱਪੜਿਆਂ 'ਤੇ ਹੀ ਇਹ ਲਾਗੂ ਕੀਤਾ ਜਾ ਸਕਦਾ ਹੈ ਕਿ ਕੁੜੀ ਦੇ ਕੱਪੜੇ 'ਤੇ ਹੀ ਡਿਪੈਂਡ ਆ ਕਿ ਕੁੜੀ ਗਲਤ ਆ ਜਾਂ ਕੁੜੀ ਦਾ ਕਰੈਕਟਰ ਮੇਨਟੇਨ ਕੀਤਾ ਜਾਏਗਾ? ਨਹੀਂ ਜੀ, ਇਹ ਬਿਲਕੁਲ ਸਹੀ ਗੱਲ ਨਹੀਂ ਹੈ। ਇਹ ਬਿਲਕੁਲ ਗਲਤ ਗੱਲ ਹੈ ਕਿ ਆਪਾਂ ਕਿਸੇ ਨੂੰ ਉਹਦੇ ਪਹਿਰਾਵੇ ਮੁਤਾਬਕ ਉਹਦਾ ਕਰੈਕਟਰ ਜੱਜ ਕਰਦੇ ਹਾਂ। ਇਤਿਹਾਸ 'ਚ ਆਪਾਂ ਨਾ ਜਾਈਏ, ਕਰੰਟ
ਸਮੇਂ ਦੇ ਵਿੱਚ ਵੀ ਅਗਰ ਆਪਾਂ ਦੇਖੀਏ ਤਾਂ ਅਬਰੋਡ, ਜਿਹਨੂੰ ਆਪਾਂ ਫੋਰਨ ਕਹਿ ਦਿੰਦੇ ਹਾਂ, ਕੈਨੇਡਾ ਕਹਿ ਦਿੰਦੇ ਹਾਂ, ਅਮਰੀਕਾ ਕਹਿ ਦਿੰਦੇ ਹਾਂ, ਯੂਰਪ ਕਹਿ ਦਿੰਦੇ ਹਾਂ, ਜਾਂ ਅਰਬ ਦੇਸ਼ ਕਹਿ ਦਿੰਦੇ ਹਾਂ, ਉਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਇੱਕ ਔਰਤ ਆ ਇੰਨੀ ਕੀ ਸੁਤੰਤਰ ਹੈ, ਕੋਈ ਬਿਨਾਂ ਵਸਤਰਾਂ ਤੋਂ ਵੀ ਘੁੰਮ ਲਵੇ ਤਾਂ ਉਹਨੂੰ ਕੋਈ ਛੂਹ ਨਹੀਂ ਸਕਦਾ। ਇਹ ਉੱਥੇ ਦੇ ਲੋਕਾਂ ਦਾ ਕਰੈਕਟਰ ਹੈ, ਇਹ ਉੱਥੇ ਦੇ ਲੋਕਾਂ ਦਾ ਦੰਡ ਵਿਧਾਨ ਹੈ। ਇਹ ਦੰਡ ਵਿਧਾਨ ਸਾਡੇ ਇੱਥੇ ਵੀ ਹੈ। ਇਤਿਹਾਸ ਦੇ ਵਿੱਚ ਔਰਤ ਨੂੰ ਇੱਕ ਇੰਨੀ ਕਿ ਆਜ਼ਾਦੀ ਸੀ ਕਿ ਉਹ ਜਿਵੇਂ ਮਰਜ਼ੀ ਆਪਣਾ ਪਹਿਰਾਵਾ ਜਿਹੜਾ ਪਹਿਨ ਸਕਦੀ ਸੀ। ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੋਇਆ ਨਾ ਨਾਟਕਾਂ ਦੇ ਵਿੱਚ ਜਾਂ ਜਿਹੜੇ ਸੀਰੀਅਲ ਸਾਨੂੰ ਦਿਖਾਏ ਜਾਂਦੇ ਆ, ਔਰਤ ਜਿਹੜੀ ਹੈ ਸਿਰਫ 2 ਕੱਪੜੇ ਪਾਉਂਦੀ ਹੁੰਦੀ ਸੀ। ਇੱਕ ਦੇ ਨਾਲ ਉਹ ਆਪਣੇ ਵਕਸ਼ ਸਥਲ ਨੂੰ ਢੱਕਦੀ ਸੀ, ਦੂਸਰੇ ਨੂੰ ਆਪਣੇ ਜਿਹੜੇ ਕਮਰ ਦਾ ਨੀਚੇ ਵਾਲਾ ਹਿੱਸਾ ਉਹਨੂੰ ਢੱਕਦੀ ਸੀਗੀ ਉਹ ਨਾਲ। ਬਾਕੀ ਸਾਰਾ ਸਰੀਰ ਉਹਦਾ ਇੱਦਾਂ ਹੀ ਰਹਿੰਦਾ ਸੀ ਔਰ ਕਿਸੇ ਦੇ ਵੀ ਹਿੰਮਤ ਨਹੀਂ ਸੀ ਪੈਂਦੀ ਕਿ ਉਹਨੂੰ ਗਲਤ ਨਜ਼ਰ ਨਾਲ ਦੇਖੇ ਜਾਂ ਉਹਨੂੰ ਗਲਤ ਨਜ਼ਰ ਨਾਲ ਟੱਚ ਕਰ ਜੇ ਜਾਂ ਉਹਨਾਂ ਕੋਈ ਦੁਰਵਿਵਹਾਰ ਕਰ ਦੇਵੇ। ਇਹ ਸਿਰਫ ਤਾਂ ਸਿਰਫ ਉਦੋਂ ਹੀ ਸ਼ੁਰੂ ਹੋਇਆ ਜਿਸ ਤਰ੍ਹਾਂ ਕਿ ਮੈਂ ਆਪਣੀ ਗੱਲ ਨੂੰ ਤੁਹਾਨੂੰ ਦੱਸ ਰਿਹਾ ਸੀ ਕਿ ਅਸੀਂ ਉਹਨਾਂ ਕਰੈਕਟਰ ਨੂੰ ਇੰਪੋਰਟੈਂਸ ਦੇਣੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਕਰੈਕਟਰਸ ਨੇ ਸਾਨੂੰ ਚੀਜ਼ਾਂ ਸਮਝਾਉਣੀਆਂ ਸੀਗੀਆਂ ਵੀ ਆਹ ਚੀਜ਼ ਚੰਗੀ ਆ, ਆਹ ਚੀਜ਼ ਮਾੜੀ ਹੈ, ਪਰ ਉਹਨਾਂ ਦੇ ਮਾੜੇ ਕਰਮ ਨੂੰ ਵੀ ਉਹਨਾਂ ਨੇ ਕਰਤਾ। ਅਸੀਂ ਬੁਰੇ ਨੂੰ ਬੁਰਾ ਨਹੀਂ ਕਿਹਾ, ਉਲਟਾ ਅਸੀਂ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤਰ੍ਹਾਂ ਹੁਣ ਸ੍ਰਿਸ਼ਟੀਕਰਤਾ ਬ੍ਰਹਮਦੇਵ, ਇੰਦਰਦੇਵ, ਵਿਸ਼ਨੂੰ ਜੀ। ਹੁਣ ਤੁਸੀਂ ਹੈਰਾਨ ਹੋਵੋਗੇ ਇਸ ਗੱਲ ਨੂੰ ਸੁਣ ਕੇ ਕਿ ਮੈਂ ਵਿਸ਼ਨੂੰ ਜੀ ਦਾ ਨਾਮ ਇਹਦੇ ਵਿੱਚ ਕਿਉਂ ਲਿੱਤਾ ਹੈ। ਤੁਸੀਂ ਇੱਕ ਕਹਾਣੀ ਸੁਣੀ ਹੋਣੀ ਹੈ, ਪੜ੍ਹੀ ਹੋਣੀ ਹੈ, ਹਰ ਸਾਲ ਉਹ ਤਿਉਹਾਰ ਆਪਣਾ ਮਨਾਇਆ ਵੀ ਜਾਂਦਾ ਹੈ। ਉਹ ਹੈ ਤੁਲਸੀ ਦਾ ਤੇ ਆਮਲੇ ਦਾ ਸ਼ਾਦੀ। ਤੁਲਸੀ ਜਿਹਨੂੰ ਕਿ ਆਪਾਂ ਇੱਕ ਔਸ਼ਧਿਕ ਰੂਪ ਦੇ ਵਿੱਚ ਦੇਖਦੇ ਹਾਂ, ਅੱਜ ਦੀ ਡੇਟ ਦੇ ਵਿੱਚ ਵੀ ਆਪਾਂ ਦੇਖੀਏ ਕਿ ਤੁਲਸੀ ਦਾ ਜਿਹੜਾ ਪੌਦਾ ਹੈ ਸਾਨੂੰ ਇੱਕ ਤਰ੍ਹਾਂ ਅੰਮ੍ਰਿਤ ਪ੍ਰਦਾਨ ਕਰਦਾ ਹੈ, ਕਈ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ। ਉਹਦੇ ਪਿੱਛੇ ਜਿਹੜਾ ਇਤਿਹਾਸ ਹੈ, ਆਮਲੇ ਦੇ ਪਿੱਛੇ ਕੀ ਇਤਿਹਾਸ ਹੈ, ਇਹ ਜਿਹੜਾ ਇਤਿਹਾਸ ਵਿਸ਼ਨੂੰ ਦੇ ਉਸ ਕਰਮ ਨਾਲ ਜੁੜਿਆ ਪਿਆ ਹੈ ਜਿਹਦੇ ਵਿੱਚ ਵਿਸ਼ਨੂੰ ਨੇ ਤੁਲਸੀ ਦੇ ਨਾਲ, ਜਿਹੜੀ ਕਿ ਤੁਲਸੀ ਬਣਨ ਤੋਂ ਪਹਿਲਾਂ ਮਾਤਾ ਵਰਿੰਦਾ ਸੀ, ਮਾਤਾ ਵਰਿੰਦਾ ਦੈਤਿਆ ਰਾਜ ਜਲੰਧਰ, ਜਿਨ੍ਹਾਂ ਦੇ ਨਾਮ ਤੇ ਸਾਡਾ ਜਲੰਧਰ ਸ਼ਹਿਰ ਜਿਹੜਾ ਬਣਿਆ ਹੋਇਆ ਹੈ। ਔਰ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਹੀ ਮਾਤਾ ਵਰਿੰਦਾ ਦਾ ਇੱਕ ਬਹੁਤ ਹੀ ਭਵਿਆ ਤੇ ਵਧੀਆ ਮੰਦਿਰ, ਜਿਹਨੂੰ ਸਤੀ ਵਰਿੰਦਾ ਮੰਦਿਰ ਆਪਾਂ ਕਹਿ ਦਿੰਦੇ ਹਾਂ, ਅੱਜ ਵੀ ਉਹ ਵਿਦਮਾਨ ਹੈਗਾ। ਪਲੱਸ ਦੈਤਿਆ ਰਾਜ ਜਲੰਧਰ ਜਿਹੜਾ ਇਤਿਹਾਸ ਹੈ ਉਹ ਆਪਾਂ ਸਾਰਿਆਂ ਨੂੰ ਵਿਆਖਿਆਨ ਹੈ ਕਿ ਦੈਤਿਆ ਰਾਜ ਜਲੰਧਰ ਜਿਹੜੇ ਸੀਗੇ ਇੰਨੇ ਕੀ ਮਹਾਨ ਰਾਜਾ ਸੀ, ਇੰਨੇ ਕੀ ਅੱਛੇ ਰਾਜਾ ਸੀ, ਜਿਨ੍ਹਾਂ ਦਾ ਰਾਜ ਪਾਠ ਈਰਾਨ ਇਰਾਕ ਤੱਕ ਫੈਲਿਆ ਹੋਇਆ ਸੀ। ਭਾਰਤ ਨੂੰ ਅਗਰ ਆਪਾਂ ਪੁਰਾਣੇ ਸਮੇਂ ਦੇ ਵਿੱਚ ਦੇਖੀਏ, ਜਿਹਨੂੰ ਕੋਈ ਜੰਬੂ ਦੀਪ ਕਿਹਾ ਜਾਂਦਾ ਹੈ, ਉਸ ਸਮੇਂ ਕੀ ਸੀਗਾ ਕਿ ਜਿਹੜਾ ਦੈਤਿਆ ਰਾਜ ਜਲੰਧਰ ਦੀ ਧਰਤੀ, ਜਿੱਥੇ ਅੱਜ ਆਪਾਂ ਬੈਠ ਕੇ ਇੰਟਰਵਿਊ ਕਰ ਰਹੇ ਹਾਂ, ਜਾਂ ਇਸੇ ਜਲੰਧਰ ਦੀ ਧਰਤੀ ਜਿਹਨੂੰ ਕਿ ਸਪੋਰਟਸ ਬਾਸਕਟ ਕਹਿ ਲਈਏ ਆਪਾਂ ਵਰਲਡ ਦੀ, ਉਹ ਚੀਜ਼ ਹੈ ਜਲੰਧਰ ਦੀ ਧਰਤੀ, ਜਿਹਦੇ ਨਾਲ ਕਿ ਦੈਤਿਆ ਰਾਜ ਜਲੰਧਰ ਦਾ ਆਦਰ ਮਾਨ ਸਤਿਕਾਰ ਬਣਿਆ ਪਿਆ। ਜਲੰਧਰ ਦੀ ਧਰਤੀ ਜਿੱਥੇ ਸਤੀ ਦਾ ਇੱਕ ਅੰਗ, ਜਿਸ ਟਾਈਮ ਵਿਸ਼ਨੂੰ ਨੇ ਚੱਕਰ ਦੇ ਨਾਲ ਸਤੀ ਨੂੰ ਵਿਖੰਡਿਤ ਕੀਤਾ, ਜਦੋਂ ਸਤੀ ਹੋ ਗਏ ਸੀਗੇ ਤੇ ਸ਼ਿਵ ਉਹਨਾਂ ਦੇ ਸ਼ਵ ਨੂੰ ਲੈ ਕੇ ਚੱਲ ਰਹੇ ਸੀ, ਪੂਰੇ ਬ੍ਰਹਮੰਡ ਦੇ ਵਿੱਚ ਪਾਗਲਾਂ ਦੀ ਤਰ੍ਹਾਂ ਘੁੰਮ ਰਹੇ ਸੀ। ਨੈਚੁਰਲੀ ਹੁਣ ਇੱਕ ਇਨਸਾਨ ਜਿਸ ਦੇ ਨਾਲ ਆਪਣੀ ਇਸਤਰੀ ਨਾਲ, ਆਪਣੀ ਔਰਤ ਨਾਲ ਇੰਨਾ ਲਗਾਵ ਕਰ ਰਿਹਾ ਹੋਵੇ ਤੇ ਅਨਸਰਟਨਟੀ ਅਚਾਨਕ ਹੀ ਉਹਦੇ ਨਾਲ ਇਹ ਘਟਨਾ ਘਟ ਜਾਏ ਤਾਂ ਉਹਨੇ ਵਿਸ਼ਪਤ ਹੀ ਹੋਣਾ, ਉਹਨੇ ਪਾਗਲ ਹੀ ਹੋਣਾ। ਔਰ ਉਹਨਾਂ ਦੇ ਜਦੋਂ 52 ਟੁਕੜੇ ਕੀਤੇ ਗਏ, ਉਹ 52 ਜਿਹੜੇ ਹਿੱਸੇ ਹੋਏ, 52 ਟੁਕੜੇ ਜਿਹੜੀ ਜਿਹੜੀ ਜਗ੍ਹਾ 'ਤੇ ਗਿਰੇ, ਉਹਨਾਂ ਦੇ ਵਿੱਚੋਂ ਸਾਡੇ ਜਲੰਧਰ ਦੀ ਧਰਤੀ ਵੀ ਇੱਕ ਕਲਮਾ ਕਿ ਬਲੈਸਡ ਹੈ, ਜਿੱਥੇ ਕਿ ਦੇਵੀ ਤਲਾਬ ਮੰਦਿਰ ਬਣਿਆ ਹੋਇਆ ਹੈ। ਉੱਥੇ ਮਾਤਾ ਸਤੀ ਦੇ ਸਰੀਰ ਦਾ ਇੱਕ ਅੰਗ ਡਿੱਗਿਆ ਸੀ, ਜਿੱਥੇ ਅੱਜ ਦੇਵੀ ਤਲਾਬ ਮੰਦਿਰ ਦੀ ਸਥਾਪਨਾ ਹੋਈ ਪਈ ਹੈ। ਔਰ ਸਾਨੂੰ ਬੜਾ ਮਾਣ ਸਤਿਕਾਰ ਗੌਰਵ ਆ ਕਿ ਅਸੀਂ ਉਸ ਧਰਤੀ ਦੇ ਨਾਲ ਜੁੜੇ ਹਾਂ, ਉਸ ਜਲੰਧਰ ਸ਼ਹਿਰ ਦੇ ਨਾਲ ਜੁੜੇ ਪਏ ਹਾਂ, ਉਸ ਦੈਤਿਆ ਰਾਜ ਜਲੰਧਰ ਦੇ ਨਾਮ ਦੇ ਨਾਲ ਜੁੜੇ ਪਏ ਹਾਂ, ਜਿਹਦਾ ਕਿ ਵਰਣਨ ਇਹਦੇ ਵਿੱਚ ਹੈ। ਬਟ ਉਸੇ ਦੈਤਿਆ ਜਲੰਧਰ ਦੀ ਪਤਨੀ, ਜਿਹਨੂੰ ਕਿ ਸਤੀ ਵਰਿੰਦਾ ਦੇ ਨਾਮ ਦੇ ਨਾਲ ਆਪਾਂ ਇਤਿਹਾਸ ਦੇ ਵਿੱਚ ਜਾਣਦੇ ਹਾਂ, ਉਸੇ ਸਤੀ ਵਰਿੰਦਾ ਦੇ ਨਾਲ ਵਿਆਭਿਚਾਰ ਕਰਕੇ ਜਲੰਧਰ ਨੂੰ ਮਾਰਿਆ ਗਿਆ। ਦੈਤਿਆ ਰਾਜ ਜਲੰਧਰ ਦੀ ਹੱਤਿਆ ਕੀਤੀ ਗਈ। ਔਰ ਉਸੇ ਕਿਰਤਿਆ ਦੀ ਖਾਤਰ ਵਿਸ਼ਨੂੰ ਨੂੰ ਇੱਕ ਜਿਹੜਾ ਸਾਲੀਗ੍ਰਾਮ ਹੋਣ ਦਾ ਸ਼ਰਾਪ ਦੇ ਦਿੱਤਾ ਗਿਆ ਸੀ। ਸ਼ਾਲੀਗ੍ਰਾਮ ਦਾ ਸ਼ਰਾਪ ਯਾਨੀ ਕਿ ਵਿਸ਼ਨੂੰ ਨੂੰ ਕਹਿ ਦਿੱਤਾ ਗਿਆ ਸਤੀ ਵਰਿੰਦਾ ਵੱਲੋਂ ਕਿ ਹੇ ਵਿਸ਼ਨੂੰ,
ਤੂੰ ਜਿਹੜਾ ਕਿ ਸਾਡਾ ਜਮਾਈ ਹੈ। ਸਤੀ ਵਰਿੰਦਾ ਜਿਹੜੀ ਸੀ ਉਹ ਵਿਸ਼ਨੂੰ ਦੀ ਭਰਜਾਈ ਸੀਗੀ, ਇਹ ਨਾਲ ਸਾਲੇਹਾਰ ਸੀਗੀ ਇਹ। ਦੈਤਿਆ ਰਾਜ ਜਲੰਧਰ ਜਿਹੜੇ ਆ ਉਹ ਮਾਤਾ ਲਕਸ਼ਮੀ ਦੇ ਬ੍ਰਦਰ ਹੈ। ਜਦੋਂ ਇਹ ਦੇਵਾਸੁਰ ਸੰਗਰਾਮ ਤੋਂ ਬਾਅਦ ਸੰਧੀ ਇੱਕ ਹੋਈ, ਉਸ ਸੰਧੀ ਦੇ ਵਿੱਚ ਐਕਸਚੇਂਜਸ ਹੋਈਆਂ ਕਲਚਰ, ਆਪਸ 'ਚ ਵਿਆਹ ਜਦੋਂ ਹੋਏ, ਉਸੇ ਦੇ ਵਿੱਚ ਸਤੀ ਦਾ ਜਿਹੜਾ ਵਿਆਹ ਸ਼ਿਵ ਨਾਲ ਕੀਤਾ ਗਿਆ। ਉਸੇ ਦੇ ਵਿੱਚ ਅਨਾਰਿਆ ਸੰਸਕ੍ਰਿਤੀ ਦੇ ਵਿੱਚੋਂ ਮਾਤਾ ਲਕਸ਼ਮੀ ਜਿਹੜੇ ਸੀ ਉਹਨਾਂ ਦਾ ਜਿਹੜਾ ਵਿਆਹ ਵਿਸ਼ਨੂੰ ਦੇ ਨਾਲ ਕੀਤਾ ਗਿਆ। ਯਾਨੀ ਕਿ ਇੱਕ ਦੋ ਸੰਸਕ੍ਰਿਤੀਆਂ ਜਿਹੜੀਆਂ ਸੀ ਉਹਦਾ ਇੱਕ ਮੇਲ ਜਿਹੜਾ ਕੀਤਾ ਗਿਆ। ਬਟ ਉਸ ਆਦਰ ਸਤਕਾਰ ਨੂੰ ਵਿਸ਼ਨੂੰ ਨੇ ਵੀ ਕਾਇਮ ਨਹੀਂ ਰੱਖਿਆ। ਵਿਸ਼ਨੂੰ ਨੇ ਆ ਕੇ ਮਾਤਾ ਵਰਿੰਦਾ ਦੇ ਨਾਲ ਜਿਹੜਾ ਵਿਆਹ ਵਿਚਾਰ ਕੀਤਾ। ਵਿਆਹ ਵਿਚਾਰ ਕਰਨ ਤੋਂ ਬਾਅਦ ਚੋਂ ਜਿਹੜਾ ਦੈਤਿਆ ਰਾਜ ਜਲੰਧਰ ਸੀਗੇ ਉਹਨਾਂ ਦੀ ਸ਼ਕਤੀ ਛੀਨ ਹੋ ਗਈ। ਛੀਨ ਹੋ ਗਈ ਯਾਨੀ ਕਿ ਉਹ ਇੱਕ ਜਦੋਂ ਇਸ ਟਾਈਮ ਲੜਾਈਆਂ ਲੜ ਰਹੇ ਸੀ ਅਨਾਰਿਆ ਲੋਕਾਂ ਦੇ ਨਾਲ, ਆਰਿਆ ਲੋਕਾਂ ਦੇ ਨਾਲ, ਉਸ ਸਮੇਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਦੀ ਪਤਨੀ ਦੇ ਨਾਲ ਇਸ ਦਾ ਵਿਆਹ ਵਿਚਾਰ ਹੋ ਗਿਆ ਤੇ ਉਹਨਾਂ ਦੇ ਉਸ ਸਮੇਂ ਜਿਹੜਾ ਖਤਮ ਕਰ ਦਿੱਤਾ ਗਿਆ ਦੈਤਿਆ ਰਾਜ ਜਲੰਧਰ ਨੂੰ, ਉਹਨਾਂ ਨੂੰ ਮਾਰ ਦਿੱਤਾ ਗਿਆ ਆਰਿਆ ਲੋਕਾਂ ਵੱਲੋਂ ਤੇ ਉਹਨਾਂ ਦੀ ਜਿਹੜੀ ਰਾਜ ਸੱਤਾ ਸੀ ਉਹ ਪ੍ਰਾਪਤ ਕਰ ਲਈ ਗਈ। ਉਸ ਸਮੇਂ ਜਿਹੜਾ ਕ੍ਰਿਤਯ ਕੀਤਾ ਗਿਆ, ਵਿਆਹ ਵਿਚਾਰ ਕੀਤਾ ਗਿਆ ਵਿਸ਼ਨੂੰ ਦੇ ਤਰਫੋਂ, ਉਸ ਵਿਸ਼ਨੂੰ ਨੂੰ ਫਿਰ ਮਾਤਾ ਵਰਿੰਦਾ ਨੇ ਸ਼ਰਾਪ ਦਿੱਤਾ ਸੀ ਕਿ ਹੇ ਵਿਸ਼ਨੂੰ, ਜਿਹੜੀ ਤੂੰ ਇੱਕ ਕਾਲੀ ਕਰਤੂਤ ਮੇਰੇ ਨਾਲ ਕੀਤੀ ਹੈ ਨਾ, ਤੈ ਉਮਰ ਤੂੰ ਇਸ ਕਾਲੇਪਨ ਦੇ ਵਿੱਚ ਲਿਪਟਿਆ ਰਹੇਗਾ। ਇਹ ਤੇਰੀ ਜਿਹੜੀ ਇਹ ਛਵੀ ਹੈ, ਤੇਰਾ ਜਿਹੜਾ ਕਲੰਕ ਹੈ, ਰਹਿੰਦੀ ਦੁਨੀਆ ਤੱਕ ਤੇ ਤੋਂ ਮਿਟੇਗਾ ਨਹੀਂ। ਤੇ ਉਸ ਸਮੇਂ ਸਤੀ ਨੇ ਆਪਣੇ ਆਪ ਨੂੰ, ਸਤੀ ਵਰਿੰਦਾ ਨੇ ਆਪਣੇ ਆਪ ਨੂੰ ਹੋਮ ਕਰਤਾ ਸੀ। ਉਹਦੀ ਰਾਖ ਦੇ ਵਿੱਚੋਂ ਜਿਹੜਾ ਪੌਦਾ ਪਨਪਿਆ, ਉਸ ਪੌਦੇ ਨੂੰ ਤੁਲਸੀ ਦਾ ਜਿਹੜਾ ਰੂਪ ਦਿੱਤਾ ਗਿਆ ਹੈ। ਔਰ ਇਸੇ ਤਰ੍ਹਾਂ ਸਾਲੀਗ੍ਰਾਮ ਹੋਣ ਤੋਂ ਬਾਅਦ ਚੋਂ, ਪੱਥਰ ਹੋਣ ਤੋਂ ਬਾਅਦ ਚੋਂ, ਉਸ ਪੱਥਰ ਦੇ ਵਿੱਚੋਂ ਜਿਹੜਾ ਪੌਦਾ ਨਿਕਲਿਆ, ਉਸ ਪੌਦੇ ਨੂੰ ਆਂਵਲੇ ਦਾ ਰੂਪ ਜਿਹੜਾ ਮੰਨਿਆ ਗਿਆ ਹੈ। ਫਿਰ ਇਹਨਾਂ ਦੋਨਾਂ ਦੀ ਸ਼ਾਦੀ ਕਰਵਾਈ ਗਈ। ਇਹਦੇ ਪਿੱਛੇ ਦੀ ਹਿਸਟਰੀ ਹੈਗੀ ਹੈ। ਔਰ ਇਹ ਹਿਸਟਰੀ ਦੱਸਣ ਦਾ ਮੇਰਾ ਇਹੀ ਮਤਲਬ ਆ, ਜਿਨ੍ਹਾਂ ਨੂੰ ਆਪਾਂ ਦੇਵਤਾ ਮੰਨਦੇ ਹਾਂ, ਜਿਨ੍ਹਾਂ ਨੂੰ ਆਪਾਂ ਭਗਵਾਨ ਦਾ ਦਰਜਾ ਦਿੱਤਾ ਹੈ, ਉਹਨਾਂ ਭਗਵਾਨਾਂ ਨੂੰ ਹੀ ਆਪਾਂ ਚੁਣ ਕੇ ਅੱਗੇ ਪੂਜਾ ਕੀਤੀ ਹੈਗੀ। ਔਰ ਉਹਨਾਂ ਭਗਵਾਨਾਂ ਵੱਲੋਂ ਵੀ ਇਹ ਗਲਤ ਕ੍ਰਿਤਯ ਕੀਤੇ ਗਏ ਆ, ਜਿਹਦਾ ਨਤੀਜਾ ਅੱਜ ਇਹ ਹੈ ਕਿ ਸਾਡੇ ਬੱਚੇ, ਉਹਨਾਂ ਨੂੰ ਅਸੀਂ ਸਹੀ ਸੰਸਕਾਰ ਨਹੀਂ ਦੇ ਪਾ ਰਹੇ। ਉਹਨਾਂ ਵਿਚਾਰਾਂ ਦੀ ਆਪਾਂ ਉਹਨਾਂ ਤੋਂ ਪੂਜਾ ਕਰਵਾਉਂਦੇ ਹਾਂ, ਉਹਨਾਂ ਬਲਾਤਕਾਰੀਆਂ ਦੀ ਆਪਾਂ ਆਦਰ ਸਤਿਕਾਰ ਕਰਾਉਂਦੇ ਹਾਂ। ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਜਿਹੜੇ ਬੱਚੇ ਜਾਂ ਜਿਹੜੇ ਕਹਿ ਲਵਾਂ ਕਿ ਪਥ ਭਟਕੇ ਹੋਏ ਨੇ, ਜਾਂ ਜਿਨ੍ਹਾਂ ਨੂੰ ਕੋਈ ਗਿਆਨ ਨਹੀਂ ਹੈ, ਜਾਂ ਜਿਨ੍ਹਾਂ ਕੋਲ ਕੋਈ ਵਿਵੇਕ ਨਹੀਂ ਹੈ, ਜਾਂ ਜਿਨ੍ਹਾਂ ਕੋਲ ਕੋਈ ਔਰਤ ਦੇ ਪ੍ਰਤੀ ਆਦਰ ਸਤਿਕਾਰ ਨਹੀਂ ਹੈ, ਉਹ ਹੀ ਇਹ ਗਲਤ ਕੰਮ ਕਰਦੇ ਹੈ। ਜਿਸ ਤਰ੍ਹਾਂ ਉਹਨਾਂ ਵਿਅਭਿਚਾਰੀ ਲੋਕਾਂ ਨੂੰ, ਉਹਨਾਂ ਵਿਅਭਿਚਾਰੀ ਦੇਵਤਾਵਾਂ ਨੂੰ ਅਸੀਂ ਕੁਛ ਨਹੀਂ ਕਹਿ ਸਕੇ, ਅੱਜ ਉਸੇ ਤਰ੍ਹਾਂ ਸਾਡੇ ਕਾਨੂੰਨ ਦੀਆਂ ਜਿਹੜੀਆਂ ਕਹਿ ਲਈਏ ਕਿ ਧੱਜੀਆਂ ਇਹਨਾਂ ਨੇ ਉਡਾ ਦਿੱਤੀਆਂ ਹੋਈਆਂ। ਸਭ ਕੁਝ ਸਜ਼ਾਵਾਂ ਹੁੰਦੇ ਸੁਣਦੇ ਵੀ ਸਾਡੇ ਜਿਹੜੇ ਉਹਨੂੰ ਪ੍ਰੋਟੈਕਟ ਕਰਨ ਵਾਲੇ ਵਕੀਲ ਸਾਹਿਬਾਨ ਹੈ, ਜਾਂ ਪ੍ਰਤਿਭਾਵਾਨ ਕਹਿ ਲਈਏ ਕਿ ਜਿਹੜੇ ਇੱਕ ਪਾਵਰ ਵਾਲੇ ਇਨਸਾਨ ਹੈਗੇ ਆ, ਉਹਨਾਂ ਵਿਅਭਿਚਾਰੀਆਂ ਨੂੰ ਬਚਾ ਰਹੇ ਹੈ। ਦੇਖਿਆ ਜਾਵੇ ਸਰ ਕਿ ਜੋ ਇਨਸਾਨ ਜੇ ਬੁਰਾ ਹੈ ਉਹਦੇ ਵਿੱਚ ਚੰਗਿਆਈਆਂ ਵੀ ਜ਼ਰੂਰ ਹਨ, ਜੋ ਇਨਸਾਨ ਚੰਗੇ ਹਨ ਉਹਨਾਂ ਵਿੱਚ ਬੁਰਾਈਆਂ ਵੀ ਜ਼ਰੂਰ ਹੁੰਦੀਆਂ ਹਨ। ਬਿਲਕੁਲ ਬਿਲਕੁਲ। ਹਰ ਇਨਸਾਨ ਨਾ ਹੀ ਬੁਰਾ ਹੁੰਦਾ ਹੈ, ਹਰ ਇਨਸਾਨ ਨਾ ਹੀ ਚੰਗਾ ਪੂਰਾ ਹੁੰਦਾ ਹੈ। ਜੀ ਜੀ ਜੀ। ਕੁਛ ਨਾ ਕੁਛ ਇਨਸਾਨਾਂ ਵਿੱਚ ਕਮੀ ਹੁੰਦੀ ਹੈ। ਬਿਲਕੁਲ ਸਹੀ ਤੁਹਾਡੀ ਗੱਲ ਹੈ ਜੀ, ਕਿ ਇਹ ਜਿਹੜੀਆਂ ਚੰਗਾਈਆਂ ਸਾਈਆਂ ਨੂੰ ਆਪਾਂ ਕਿਵੇਂ ਆਪਣੇ ਆਪ 'ਚ ਉਜਾਗਰ ਕਰਨਾ ਹੈ, ਇਹ ਚੀਜ਼ ਸਾਡਾ ਇਤਿਹਾਸ ਸਾਨੂੰ ਦੱਸਦਾ ਹੈ। ਉਸੇ ਚੀਜ਼ ਨੂੰ ਲੈ ਕੇ ਜਿਹੜਾ ਆਪਾਂ ਨਾਮ ਰੱਖਿਆ ਵਿਆਮ ਰਕਸ਼ਾਮ, ਕਿ ਆਪਣੀ ਰਕਸ਼ਾ ਅਸੀਂ ਕਿਵੇਂ ਕਰਨੀ ਹੈ। ਦੈਟਸ ਵਾਈ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਇੱਕ ਇਤਿਹਾਸ ਨੂੰ ਲੈ ਕੇ ਆਪਾਂ ਉਸ ਨੂੰ ਕੱਢ ਰਹੇ ਹਾਂ, ਇੱਕ ਨਵੇਂ ਢੰਗ ਨਾਲ, ਇੱਕ ਨਵੇਂ ਐਂਗਲ ਤੋਂ ਆਪਾਂ ਉਹਨੂੰ ਪ੍ਰਚਾਰਿਤ ਕਰ ਰਹੇ ਹਾਂ, ਤੁਹਾਨੂੰ ਦੱਸ ਰਹੇ ਹਾਂ। ਤੇ ਸਮੇਂ ਦੇਣ ਦਾ, ਸੁਣਨ ਦਾ ਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਬਹੁਤ ਬਹੁਤ ਵਧੀਆ ਲੱਗਾ ਸਰ ਤੁਹਾਡੇ ਨਾਲ ਮਿਲ ਕੇ, ਤੁਹਾਡੇ ਨਾਲ ਵਿਚਾਰ ਸਾਂਝੇ ਕਰਕੇ, ਵਿਚਾਰ ਸੁਣ ਕੇ। ਹੋਪ ਸੋ ਕਿ ਸਾਡੀ ਆਡੀਅנס ਨੂੰ ਵੀ ਬਹੁਤ ਵਧੀਆ ਲੱਗਿਆ ਹੋਊਗਾ। ਅਸੀਂ ਉਮੀਦ ਕਰਦੇ ਹਾਂ ਸਾਡੀ ਆਡੀਅנס ਸਾਨੂੰ ਇਸ ਬਾਰੇ ਜ਼ਰੂਰ ਦੱਸੇ। ਅਗਰ ਕੋਈ ਤੁਹਾਡੇ ਵਿਚਾਰ ਹੋਣਗੇ ਜੋ ਤੁਹਾਡੇ ਦਿਲ ਵਿੱਚ ਆਉਂਦੇ ਹਨ, ਸਾਨੂੰ ਜ਼ਰੂਰ ਸ਼ੇਅਰ ਕਰਿਓ। ਅਸੀਂ ਅੱਗੇ ਸਰ ਜੀ ਨਾਲ ਜ਼ਰੂਰ ਗੱਲ ਕਰਾਂਗੇ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ V24 ਚੈਨਲ। ਥੈਂਕ ਯੂ ਵੈਰੀ ਮਚ।